ਪਿਆਰੇ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬ ਐਗਜ਼ਾਮ ਵਾਰੀਅਰ ਦੇ ਉੱਤੇ। ਦੋਸਤੋ, ਜਿਸ ਟੌਪਿਕ ਦੀ ਅੱਜ ਆਪਾਂ ਚਰਚਾ ਕਰਨ ਜਾ ਰਹੇ ਹਾਂ ਉਸ ਟੌਪਿਕ ਦਾ ਨਾਮ ਹੈ ਬੇਸਿਕ ਸਟਰਕਚਰ ਆਫ ਦਾ ਕਾਂਸਟੀਟਿਊਸ਼ਨ, ਕਿ ਜਿਹੜਾ ਸਾਡਾ ਸੰਵਿਧਾਨ ਹੈ ਉਹਦਾ ਮੁੱਢਲਾ ਢਾਂਚਾ ਕੀ ਹੈ। ਇਸ ਸੰਬੰਧੀ ਆਪਾਂ ਇਸ ਵੀਡੀਓ ਦੇ ਵਿੱਚ ਵਿਸਥਾਰ ਸਹਿਤ ਚਰਚਾ ਕਰਾਂਗੇ। ਤੁਸੀਂ ਇਸ ਵੀਡੀਓ ਦੇ ਨਾਲ ਬਿਲਕੁਲ ਅੰਤ ਤੱਕ ਜ਼ਰੂਰ ਜੁੜੇ ਰਹਿਣਾ। ਜੇਕਰ ਆਪਾਂ ਆਮ ਜੀ ਗੱਲ ਤੋਂ ਸ਼ੁਰੂ ਕਰੀਏ ਕਿ ਜਿਹੜਾ ਸਾਡਾ ਟੇਲੈਂਟ ਹੈ ਜਾਂ ਜਿਹੜਾ ਸਾਡਾ ਆਰਟ ਹੈ ਉਹਨੂੰ ਕੋਈ ਨਹੀਂ ਖੋ ਸਕਦਾ, ਬਸ਼ਰਤੇ ਕਿ ਸਾਨੂੰ ਕਤਲ ਕੀਤਾ ਜਾ ਸਕਦਾ ਹੈ, ਸਾਨੂੰ ਮਾਰਿਆ ਜਾ ਸਕਦਾ ਹੈ, ਪਰ ਜਿਹੜੇ ਸਾਡੇ ਵਿਚਾਰ ਨੇ ਉਹ ਕਿਸੇ ਤਰੀਕੇ ਰਾਹੀਂ ਸਾਡੇ ਦਿਮਾਗ ਦੇ ਵਿੱਚੋਂ ਫਿਲਟਰ ਕਰਕੇ ਬਾਹਰ ਨਹੀਂ ਕੱਢੇ ਜਾ ਸਕਦੇ। ਸੋ ਇਸੇ ਤਰ੍ਹਾਂ ਜਿਹੜਾ ਸਾਡਾ ਸੰਵਿਧਾਨ ਹੈ, ਸਾਡੇ ਸੰਵਿਧਾਨ ਦਾ ਇੱਕ ਬੇਸਿਕ ਸਟਰਕਚਰ ਹੈ। ਬੇਸ਼ੱਕ ਸਮੇਂ ਦੇ ਨਾਲ ਨਾਲ ਇਹ ਗੱਲ ਜੈਨੂਅਨ ਹੈ ਕਿ ਜਦੋਂ ਆਪਾਂ ਕੋਈ ਕੰਮ ਸ਼ੁਰੂ ਕਰਦੇ ਹਾਂ ਤਾਂ ਸਮੇਂ ਦੇ ਨਾਲ ਨਾਲ ਉਹਦੇ ਵਿੱਚ ਜਿਹੜਾ ਪਰਿਵਰਤਨ ਹੈ ਜਾਂ ਬਦਲਾਓ ਹੈ ਉਹ ਆਉਂਦਾ ਹੈ। ਇਸੇ ਕਰਕੇ ਇਹਦੇ ਵਿੱਚ ਸੋਧਾਂ ਹੋਣੀਆਂ ਲਾਜ਼ਮੀ ਸੀ। ਆਪਾਂ ਪੜ੍ਹਦੇ ਹਾਂ ਕਿ ਸਾਡੇ ਸੰਵਿਧਾਨ ਦੇ ਵਿੱਚ ਆਰਟੀਕਲ 368 ਦੇ ਅਧੀਨ ਸੋਧ ਕੀਤੀ ਜਾ ਸਕਦੀ ਹੈ, ਪਰੰਤੂ ਹੁਣ ਆਪਾਂ ਇਸ ਵੀਡੀਓ ਦੇ ਵਿੱਚ ਦੇਖਾਂਗੇ ਕਿ ਜਿਹੜਾ ਸਾਡਾ ਬੇਸਿਕ ਸਟਰਕਚਰ ਹੈ, ਜਿਹੜੇ ਸਾਡੇ ਮੌਲਿਕ ਅਧਿਕਾਰ ਨੇ, ਕੀ ਉਹ ਆਰਟੀਕਲ 368 ਦੇ ਅਧੀਨ ਉਹਨਾਂ ਦੇ ਵਿੱਚ ਸੰਸ਼ੋਧਨ ਕੀਤਾ ਜਾ ਸਕਦਾ ਹੈ। ਤਾਂ ਇਹ ਆਪਣਾ ਬੇਸਿਕ ਸਵਾਲ ਹੈ। ਤਾਂ ਇਸ ਤੋਂ ਬਾਅਦ ਸਾਡੇ ਕੋਲ ਆਰਟੀਕਲ 13 ਆਉਂਦਾ ਹੈ। ਆਰਟੀਕਲ 13 ਦੇ ਵਿੱਚ ਕੀ ਹੈ ਕਿ ਦ ਸਟੇਟ ਸ਼ੈਲ ਨਾਟ ਮੇਕ ਐਨੀ ਲਾ ਵਿਚ ਅਬਰੇਜ ਔਰ ਟੇਕ ਅਵੇ ਐਨੀ ਆਫ ਦ ਫੰਡਾਮੈਂਟਲ ਰਾਈਟਸ ਬਾਈ ਇਨੈਕਟਿੰਗ ਅ ਕਾਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਐਂਡ ਸੱਚ ਅ ਲਾ ਵਿਲ ਨਾਟ ਬੀ ਵੋਇਡ ਅੰਡਰ ਆਰਟੀਕਲ 13। ਇਹਦਾ ਮਤਲਬ ਕੀ ਹੈ ਕਿ ਸਟੇਟ ਕੋਈ ਵੀ ਇਸ ਤਰ੍ਹਾਂ ਦਾ ਕਾਨੂੰਨ ਨਹੀਂ ਬਣਾ ਸਕਦਾ ਜਿਹੜਾ ਕਿ ਸਾਡੇ ਮੌਲਿਕ ਅਧਿਕਾਰਾਂ ਨੂੰ ਵਾਇਲੇਟ ਕਰੇ। ਤਾਂ ਫਿਰ ਸਾਡੇ ਸੰਵਿਧਾਨ ਦੇ ਵਿੱਚ ਸਭ ਤੋਂ ਪਹਿਲੀ ਸੋਧ ਹੁੰਦੀ ਹੈ 1951 ਦੇ ਵਿੱਚ, ਜਿਹੜਾ ਸਾਡੇ ਕੋਲ ਸ਼ੰਕਰੀ ਪ੍ਰਸਾਦ ਕੇਸ ਆਉਂਦਾ ਹੈ। ਸ਼ੰਕਰੀ ਪ੍ਰਸਾਦ ਇੱਕ ਵਿਅਕਤੀ ਦਾ ਨਾਮ ਹੈ। ਉਹ ਵਿਅਕਤੀ ਇੱਥੇ ਇੱਕ ਰਿਟ ਦਾਇਰ ਕਰਦਾ ਹੈ ਕਿ ਰਾਈਟ ਟੂ ਪ੍ਰੋਪਰਟੀ ਅਧੀਨ, ਕਿ ਰਾਈਟ ਟੂ ਪ੍ਰੋਪਰਟੀ ਦੇ ਵਿੱਚ ਜਿਹੜਾ ਉਹਨਾਂ ਦਾ ਅਧਿਕਾਰ ਹੈ ਉਹਨੂੰ ਕਰਟਿਲ ਕੀਤਾ ਜਾ ਰਿਹਾ, ਉਹਨੂੰ ਘਟਾਇਆ ਜਾ ਰਿਹਾ। ਤਾਂ ਉਹ ਕੇਸ ਹੈ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਜਾਂਦਾ ਹੈ। ਤਾਂ ਜਿਹੜੀ ਸਾਡੀ ਸੁਪਰੀਮ ਕੋਰਟ ਹੈ ਉਹ ਇਹ ਗੱਲ ਕਹਿੰਦੀ ਹੈ ਕਿ ਪਾਰਲੀਮੈਂਟ ਜਿਹੜੀ ਆਰਟੀਕਲ 368 ਦੇ ਅਧੀਨ ਸੋਧ ਕਰ ਸਕਦੀ ਹੈ, ਪਰੰਤੂ ਉਹਦੇ ਵਿੱਚ ਕੀ ਹੈ ਕਿ ਉਹਦੇ ਵਿੱਚ ਇਹ ਚੀਜ਼ ਲਾਗੂ ਹੁੰਦੀ ਹੈ ਕਿ ਜਿਹੜੇ ਆਰਡੀਨਲ ਲਾਜ਼ 'ਤੇ ਸਿਰਫ ਉਹਦੇ ਰਾਹੀਂ ਸੋਧ ਨਹੀਂ ਕੀਤੀ ਜਾ ਸਕਦੀ, ਪਰੰਤੂ ਜੇਕਰ ਕੋਈ ਕਾਂਸਟੀਟਿਊਸ਼ਨਲ ਅਮੈਂਡਮੈਂਟ ਰਾਹੀਂ ਸੋਧ ਕੀਤੀ ਜਾ ਰਹੀ ਹੈ ਤਾਂ ਉਹਨੂੰ ਸੋਧ ਮੰਨਿਆ ਜਾਊਗਾ। ਜਿਵੇਂ ਆਪਾਂ ਕਹਿ ਸਕਦੇ ਹਾਂ ਕੋਈ ਸਪੈਸ਼ਲ ਮੈਜੋਰਟੀ ਲਾ ਕੇ ਜੇ ਪਾਰਲੀਮੈਂਟ ਸੋਧ ਕਰਦਾ ਤਾਂ ਉਹ ਮੰਨੀ ਜਾਊਗੀ। ਤਾਂ ਇਹਦੇ ਵਿੱਚ ਕੀ ਆ ਜਾਂਦਾ ਹੈ ਕਿ ਜਿਹੜਾ ਸਾਡੇ ਕੋਲ ਸ਼ੰਕਰੀ ਪ੍ਰਸਾਦ ਕੇਸ ਹੈ, ਇਹਦੇ ਵਿੱਚ ਜਿਹੜਾ ਸਾਡਾ ਸੁਪਰੀਮ ਕੋਰਟ ਹੈ ਇਹ ਗੱਲ ਨੂੰ ਤੈਅ ਕਰ ਦਿੰਦਾ ਹੈ ਕਿ ਪਾਰਲੀਮੈਂਟ ਕੋਈ ਵੀ ਸਪੈਸ਼ਲ ਮੈਜੋਰਟੀ ਰਾਹੀਂ ਕਾਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਰਾਹੀਂ ਸੋਧ ਕਰ ਸਕਦੀ ਹੈ, ਅਤੇ ਜਿਹੜਾ ਸਾਡਾ ਫੰਡਾਮੈਂਟਲ ਰਾਈਟਸ ਹੈ ਉਹਨੂੰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਸਾਡੇ ਕੋਲ ਇਹ ਕੇਸ ਆਉਂਦਾ ਹੈ ਗੋਲਕਨਾਥ ਕੇਸ 1967 ਦਾ। ਇਹ ਵੀ ਆਪਾਂ ਗੱਲ ਜਾਣਦੇ ਹਾਂ ਸਾਰੇ ਕਿ ਸੁਪਰੀਮ ਕੋਰਟ ਕੋਲ ਇੱਕ ਅਧਿਕਾਰ ਹੈ ਕਿ ਉਹ ਆਪਣੇ ਫੈਸਲੇ ਆ ਜਿਹੜੇ ਉਹਦੀ ਦੁਹਰਾਈ ਕਰ ਸਕਦੀ ਹੈ, ਉਹਨੂੰ ਦੁਹਰਾ ਸਕਦੀ ਹੈ। ਇਹਦੇ ਵਿੱਚ ਉਹ ਕੀ ਕਹਿੰਦੇ ਨੇ ਕਿ ਫੰਡਾਮੈਂਟਲ ਰਾਈਟਸ ਆਰ ਟਰਾਂਸੈਂਡੈਂਟਲ ਐਂਡ ਇਮਿਊਟੇਬਲ, ਕਿ ਜਿਹੜੇ ਸਾਡੇ ਫੰਡਾਮੈਂਟਲ ਰਾਈਟਸ ਨੇ ਇਮਿਊਟੇਬਲ ਨੇ, ਕਿ ਜਿਹੜੀ ਸਾਡੀ ਪਾਰਲੀਮੈਂਟ ਹੈ ਉਹ ਬੇਸ਼ੱਕ ਉਹ ਆਰਡੀਨਰੀ ਜਿਹੜਾ ਲਾ ਹੈ, ਬੇਸ਼ੱਕ ਉਹ ਸਾਡੀ ਜਿਹੜੀ ਕਾਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਹੈ ਇਹਦੇ ਰਾਹੀਂ ਕੋਈ ਵੀ ਜਿਹੜੀ ਸੋਧ ਹੈ ਉਹ ਨਹੀਂ ਕਰ ਸਕਦੀ। ਤਾਂ ਇਹਦੇ ਵਿੱਚ ਕੀ ਆ ਜਾਂਦਾ ਕਿ ਜਿਹੜਾ ਸਾਡਾ ਪਾਰਲੀਮੈਂਟ ਆ ਉਹ ਆਪਦੇ ਜਿਹੜਾ ਡਿਸੀਜਨ ਉਹਨੂੰ ਦੁਹਰਾ ਦਿੰਦੀ ਹੈ। ਕਿ ਜਿਹੜਾ ਆਪਾਂ ਦੇਖਿਆ ਕਿ 1951 ਦੇ ਵਿੱਚ ਸ਼ੰਕਰੀ ਪ੍ਰਸਾਦ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਗੱਲ ਕਹਿਤੀ ਸੀ ਕਿ ਆਰਟੀਕਲ 368 ਦੇ ਅਧੀਨ ਜੇਕਰ ਪਾਰਲੀਮੈਂਟ ਕੋਈ ਸੋਧ ਕਰਦੀ ਹੈ ਤਾਂ ਉਹ ਮੰਨਣਯੋਗ ਹੋਵੇਗੀ, ਪਰੰਤੂ ਇੱਥੇ 1967 ਦੇ ਗੋਲਕਨਾਥ ਕੇਸ ਦੇ ਵਿੱਚ ਉਹ ਬਿਲਕੁਲ ਇਹ ਗੱਲ ਤੋਂ ਮੁਨਕਰ ਹੋ ਜਾਂਦੀ ਹੈ ਅਤੇ ਇਹ ਕਹਿ ਦਿੰਦੀ ਹੈ ਕਿ ਬੇਸ਼ੱਕ ਉਹ ਆਰਡੀਨਰੀ ਲਾ ਰਾਹੀਂ ਪਾਸ ਹੋਵੇ, ਬੇਸ਼ੱਕ ਉਹ ਕਾਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਰਾਹੀਂ ਪਾਸ ਹੋਵੇ, ਜਿਹੜਾ ਸਾਡੇ ਮੌਲਿਕ ਅਧਿਕਾਰਾਂ ਨੂੰ ਵਾਇਲੇਟ ਕਰਦਾ ਉਹ ਗੱਲ ਮੰਨਣਯੋਗ ਨਹੀਂ ਹੋਵੇਗੀ, ਕਿਉਂਕਿ ਉਹ ਸਾਡਾ ਬੇਸਿਕ ਸਟਰਕਚਰ ਹੈ। ਨੈਕਸਟ ਸਾਡੇ ਕੋਲ ਕੇਸ ਆਉਂਦਾ ਹੈ ਕੇਸ਼ਵਾਨੰਦ ਭਾਰਤੀ ਕੇਸ।
1973 ਕੇਸਵ ਆਨੰਦ ਭਾਰਤੀ ਕੇਸ ਇਸ ਬਹੁਤ ਜ਼ਿਆਦਾ ਇੰਪੋਰਟੈਂਟ ਪੇਪਰ ਦੇ ਵਿੱਚ ਪੁੱਛਿਆ ਜਾਣ ਵਾਲਾ ਕੇਸ ਹੈ। ਇਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜਾ ਸਾਡਾ ਸੰਵਿਧਾਨ ਹੈ, ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਹੈ, ਪ੍ਰਸਤਾਵਨਾ ਉੱਤੇ ਕਈ ਵਾਰੀ ਇਹ ਸਵਾਲ ਉੱਠਿਆ ਕਿ ਕੀ ਪ੍ਰਸਤਾਵਨਾ ਸਾਡੇ ਸੰਵਿਧਾਨ ਦਾ ਅੰਗ ਹੈ ਜਾਂ ਨਹੀਂ ਹੈ। ਤਾਂ ਇਹ ਕੇਸਵ ਆਨੰਦ ਭਾਰਤੀ ਕੇਸ ਦੇ ਵਿੱਚ ਜਿਹੜੀ ਸਾਰਾਂਸ਼ ਆਪਾਂ ਕਹਿ ਸਕਦੇ ਹਾਂ ਗੱਲ ਨਿਕਲ ਕੇ ਆਉਂਦੀ ਹੈ, ਉਹ ਇਹੀ ਸੀ ਕਿ ਸਾਡੇ ਸੰਵਿਧਾਨ ਦੇ ਵਿੱਚ ਜਿਹੜੀ ਪ੍ਰਸਤਾਵਨਾ ਹੈ ਉਹਦੇ ਵਿੱਚ ਸੋਧ ਕੀਤੀ ਜਾ ਸਕਦੀ ਹੈ, ਪਰੰਤੂ ਜਿਹੜਾ ਉਹਦਾ ਬੇਸਿਕ ਸਟਰਕਚਰ ਹੈ ਉਹ ਵਾਇਲੇਟ ਨਹੀਂ ਹੋਣਾ ਚਾਹੀਦਾ। ਤਾਂ ਇੱਥੇ ਇਹ ਗੱਲ ਆ ਜਾਂਦੀ ਹੈ ਕਿ 1973 ਦੇ ਵਿੱਚ ਸਾਡੇ ਕੋਲੇ ਬੇਸਿਕ ਸਟਰਕਚਰ ਦਾ ਜਿਹੜਾ ਕੰਸੈਪਟ ਆ ਉਹ ਖੁੱਲ੍ਹ ਕੇ ਸਾਹਮਣੇ ਆ ਜਾਂਦਾ ਕਿ ਜਿਹੜੇ ਸਾਡੇ ਫੰਡਾਮੈਂਟਲ ਰਾਈਟਸ ਨੇ ਇਹ ਸਾਡਾ ਕੀ ਨੇ, ਇੱਕ ਬੇਸਿਕ ਸਟਰਕਚਰ ਨੇ ਕਾਨਸਟੀਟਿਊਸ਼ਨ ਦਾ, ਇਹਦੇ ਨਾਲ ਜਿਹੜੀ ਕੋਈ ਛੇੜਛਾੜ ਹੈ ਉਹ ਨਹੀਂ ਕੀਤੀ ਜਾ ਸਕਦੀ। ਇਸ ਤੋਂ ਬਾਅਦ ਸਾਡੇ ਕੋਲ ਇੰਦਰਾ ਨਹਿਰੂ ਗਾਂਧੀ ਕੇਸ 1975 ਇਹ ਆਉਂਦਾ। 39ਵੀਂ ਅਮੈਂਡਮੈਂਟ ਹੁੰਦੀ ਹੈ 1975 ਦੇ ਵਿੱਚ, ਜਿਹਦੇ ਵਿੱਚ ਇਲੈਕਸ਼ਨ ਡਿਸਪਿਊਟ ਹੁੰਦਾ, ਮਤਲਬ ਆਪਾਂ ਕਹਿ ਸਕਦੇ ਹਾਂ ਚੋਣਾਂ ਦੇ ਵਿੱਚ ਝਗੜਾ ਹੁੰਦਾ। ਤਾਂ ਉਹਦੇ ਵਿੱਚ ਜਿਹੜੀ ਸਾਡੀ ਸਰਕਾਰ ਹੈ ਉਹ ਇਹ ਗੱਲ ਕੀ ਕਹਿੰਦੀ ਹੈ, ਕਿਉਂਕਿ ਸੁਪਰੀਮ ਕੋਰਟ ਉਹਨਾਂ ਦੀਆਂ ਗੱਲਾਂ ਤੋਂ ਮੁਨਕਰ ਹੋ ਰਹੀ ਹੈ, ਜਿਹੜੀ ਗੱਲ ਪਾਰਲੀਮੈਂਟ ਪਾਸ ਕਰਦੀ ਹੈ ਸੁਪਰੀਮ ਕੋਰਟ ਉਹਦੇ ਵਿਰੋਧ ਦੇ ਵਿੱਚ ਜਾ ਖੜੀ ਹੋ ਜਾਂਦੀ ਹੈ। ਤਾਂ ਇੱਥੇ ਜਾ ਕੇ ਜਿਹੜੀ ਇੰਦਰਾ ਨਹਿਰੂ ਵਾਲੀ ਆਪਾਂ ਕਹਿੰਦੇ ਹਾਂ ਕਿ ਇੰਦਰਾ ਗਾਂਧੀ ਦਾ ਟਾਈਮ ਆ, ਉਦੋਂ ਇੱਕ ਐਕਟ ਪਾਸ ਹੁੰਦਾ 1975 ਦੇ ਵਿੱਚ। ਉਹਦੇ ਵਿੱਚ ਉਹਨਾਂ ਨੇ ਕੀ ਗੱਲ ਕਰ ਦਿੱਤੀ ਹੈ ਕਿ ਬੇਸ਼ੱਕ ਜੇਕਰ ਕੋਈ ਚੋਣ ਡਿਸਪਿਊਟ ਹੁੰਦਾ ਹੈ ਤਾਂ ਉਹਦੇ ਵਿੱਚ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਹੈ ਅਤੇ ਜਿਹੜਾ ਸਾਡਾ ਲੋਕ ਸਭਾ ਦਾ ਸਪੀਕਰ ਹੈ ਉਹ ਬਾਹਰ ਰਹਿਣਗੇ, ਮਤਲਬ ਕਿ ਉਹਨਾਂ ਦੇ ਜਿਹੜਾ ਝਗੜਾ ਹੋਊਗਾ ਚੋਣ ਦਾ ਉਹਦੇ ਸੁਪਰੀਮ ਕੋਰਟ ਦੀ ਦਖਲਅੰਦਾਜ਼ੀ ਨਹੀਂ ਹੋਊਗੀ। ਪਰੰਤੂ ਫਿਰ ਇੱਥੇ ਆ ਕੇ ਸੁਪਰੀਮ ਕੋਰਟ ਇਹ ਕਹਿ ਦਿੰਦੀ ਹੈ ਕਿ ਇਹ ਗੱਲ ਕੀ ਹੈ, ਬੇਸਿਕ ਸਟਰਕਚਰ ਦੇ ਵਿਰੁੱਧ ਹੈ। ਵਿਰੁੱਧ ਤੋਂ ਭਾਵ ਕੀ ਹੈ ਕਿ ਸਾਡੇ ਬੇਸਿਕ ਸਟਰਕਚਰ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਿਹੜੀ ਅਮੈਂਡਮੈਂਟ ਪਾਵਰ ਹੈ ਉਹ ਆਪਾਂ ਕਰ ਸਕਦੇ ਹਾਂ, ਉਹਦੇ ਵਿੱਚ ਸੋਧ ਕਰ ਸਕਦੇ ਹਾਂ, ਪਰ ਇਹ ਨਹੀਂ ਹੈ ਕਿ ਜਿਹੜੀ ਗੱਲ ਆਪਾਂ ਕਹਿ ਦਿੱਤੀ ਪਹਿਲਾਂ ਉਹਨੂੰ ਬਿਲਕੁਲ ਡਿਲੀਟ ਕਰ ਦਈਏ ਜਾਂ ਉੱਤੇ ਕੱਟ ਲਾ ਦਈਏ। ਤਾਂ ਇਸੇ ਕਰਕੇ ਸੁਪਰੀਮ ਕੋਰਟ ਇੱਥੇ ਵੀ ਆਪਣਾ ਬੇਸਿਕ ਸਟਰਕਚਰ ਜਿਹੜਾ ਕੰਸੈਪਟ ਹੈ ਉਹ ਕਲੀਅਰ ਕਰਦੀ ਹੈ। ਨੈਕਸਟ ਸਾਡੇ ਕੋਲ 42ਵੀਂ ਸੋਧ ਆਉਂਦੀ ਹੈ 1976 ਦੇ ਵਿੱਚ, ਬਹੁਤ ਜ਼ਿਆਦਾ ਇੰਪੋਰਟੈਂਟ ਸੋਧ ਹੈ ਵੀ। ਇਹਦੇ ਵਿੱਚ ਸਾਡੀ ਜਿਹੜੀ ਪ੍ਰਸਤਾਵਨਾ ਉਹਦੇ ਵਿੱਚ 3 ਸ਼ਬਦ ਜੋੜੇ ਗਏ, ਇਹਨੂੰ ਲਘੂ ਸੰਵਿਧਾਨ ਵੀ ਕਿਹਾ ਜਾਂਦਾ ਹੈ ਇਸ ਸੋਧ ਨੂੰ। ਇਹਦੇ ਵਿੱਚ ਵੀ ਫਿਰ ਕੀ ਆਉਂਦਾ ਕਿ ਬੇਸਿਕ ਸਟਰਕਚਰ ਦਾ ਕੰਸੈਪਟ ਆਉਂਦਾ, ਦਿਸ ਐਕਟ ਅਮੈਂਡਡ ਆਰਟੀਕਲ 368 ਐਂਡ ਡਿਕਲੇਅਰਡ ਦੈਟ there is no limitation on the constituted power of parliament and no amendment can be questioned in any court on any ground including that of the contravention of any of the FT। ਆਪਾਂ ਦੇਖ ਰਹੇ ਹਾਂ ਕਿ ਸੁਪਰੀਮ ਕੋਰਟ ਵਾਰ-ਵਾਰ ਜਿਹੜੀ ਪਾਰਲੀਮੈਂਟ ਹੈ ਉਹਦੀ ਗੱਲ ਤੋਂ ਮੁਨਕਰ ਹੁੰਦੀ ਹੈ। ਤਾਂ ਇੱਥੇ 42ਵੀਂ ਸੋਧ ਦੇ ਵਿੱਚ ਜਿਹੜੀ ਸਰਕਾਰ ਉਹ ਇਹ ਲੈ ਕੇ ਆਉਂਦੀ ਹੈ ਕਿ ਬੇਸ਼ੱਕ ਆਰਟੀਕਲ 13 ਬੇਸ਼ੱਕ ਆਰਟੀਕਲ 368 ਹੈ ਕਿ ਜੇਕਰ ਉਹਨਾਂ ਨੇ ਕੋਈ ਸੋਧ ਕਰਤੀ ਉਹਨੂੰ ਕਿਸੇ ਵੀ ਜੁਡੀਸ਼ਰੀ ਦੇ ਵਿੱਚ ਚੈਲੰਜ ਨਹੀਂ ਕੀਤਾ ਜਾ ਸਕਦਾ। ਪਰੰਤੂ ਇੱਥੇ ਫਿਰ ਸੰਵਿਧਾਨ ਦਾ ਵਿਆਖਿਆ ਲੈ ਕੇ ਸੁਪਰੀਮ ਕੋਰਟ ਕਹਿੰਦੀ ਹੈ ਕਿ ਨਹੀਂ, ਬਿਲਕੁਲ ਨਹੀਂ, ਕਿਉਂਕਿ ਇਹ ਕੀ ਹੈਗਾ, ਬੇਸਿਕ ਸਟਰਕਚਰ ਦੇ ਵਿੱਚ ਇਹ ਗੱਲ ਕਹੀ ਗਈ ਹੈ ਅਤੇ ਤੁਸੀਂ ਬੇਸਿਕ ਸਟਰਕਚਰ ਤੋਂ ਪਰਾਂ ਨਹੀਂ ਜਾ ਸਕਦੇ। ਨੈਕਸਟ ਸਾਡੇ ਕੋਲ ਆਉਂਦਾ ਹੈ ਮਿਨਰਵਾ ਮਿਲਜ਼ ਕੇਸ 1980 ਦੇ ਵਿੱਚ। ਇਹਦੇ ਵਿੱਚ ਸਰਕਾਰ ਨਵਾਂ ਇੱਕ ਆਪਾਂ ਕਹਿੰਦੇ ਪੈਂਤੜਾ ਖੇਡਦੀ ਹੈ। ਉਹਦੇ ਵਿੱਚ ਕੀ ਕਰਦੀ ਹੈ ਕਿ ਜਿਹੜਾ ਸਾਡਾ ਜੁਡੀਸ਼ੀਅਲ ਰਿਵਿਊ ਹੈ ਉਹਨੂੰ ਐਕਸਕਲੂਡ ਕਰ ਦਿੰਦੀ ਹੈ। ਜੁਡੀਸ਼ੀਅਲ ਰਿਵਿਊ ਤੋਂ ਭਾਵ ਇਹ ਹੈ ਕਿ ਪਾਰਲੀਮੈਂਟ ਜੇਕਰ ਕੋਈ ਇਸ ਤਰ੍ਹਾਂ ਦਾ ਕਾਨੂੰਨ ਬਣਾ ਦਿੰਦੀ ਹੈ ਕਿ ਜਿਹੜਾ ਸਾਡੇ ਸੰਵਿਧਾਨ ਦੀ ਮਰਿਆਦਾ ਦੇ ਬਿਲਕੁਲ ਉਲਟ ਜਾਂਦਾ ਤਾਂ ਉਹਨੂੰ ਜਿਹੜੀ ਸਾਡੀ ਸੁਪਰੀਮ ਕੋਰਟ ਹੈ ਦੁਬਾਰੇ ਉਹਦੀ ਆਪਾਂ ਕਹਿ ਸਕਦੇ ਹਾਂ ਇਨਕੁਆਇਰੀ ਕਰਕੇ ਉਹਨੂੰ ਖਾਰਜ ਕਰ ਸਕਦੀ ਹੈ ਜੇਕਰ ਉਹ ਸਾਡੀ ਸੰਵਿਧਾਨ ਦੀ ਮਰਿਆਦਾ ਦੇ ਉਲਟ ਜਾ ਰਿਹਾ ਹੈ। ਤਾਂ ਇਹਨਾਂ ਨੇ ਸਰਕਾਰ ਨੇ ਕੀ ਕੀਤਾ ਕਿ ਇੱਥੇ ਜਾ ਕੇ ਜਿਹੜਾ ਸਾਡਾ ਜੁਡੀਸ਼ੀਅਲ ਰਿਵਿਊ ਸੀਗਾ ਉਸੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ, ਪਰੰਤੂ ਫਿਰ ਸੁਪਰੀਮ ਕੋਰਟ ਨੇ ਆਪਣੇ ਹੱਥ ਖੜ੍ਹੇ ਕਰ ਲਏ ਅਤੇ ਉਹਨਾਂ ਨੇ ਕਿਹਾ ਕਿ ਦਿਸ ਇਜ਼ ਅ ਬੇਸਿਕ ਸਟਰਕਚਰ, ਤੁਸੀਂ ਬੇਸਿਕ ਸਟਰਕਚਰ ਤੋਂ ਨਹੀਂ ਭੱਜ ਸਕਦੇ ਕਿਉਂਕਿ ਸਾਡੇ ਬੇਸਿਕ ਸਟਰਕਚਰ ਦੇ ਅਧੀਨ ਇਹ ਗੱਲ ਹੈ ਅਤੇ ਅਸੀਂ ਬੇਸਿਕ ਸਟਰਕਚਰ ਦੇ ਵਿੱਚੋਂ ਇਸ ਗੱਲ ਨੂੰ ਡਿਲੀਟ ਨਹੀਂ ਕਰ ਸਕਦੇ। ਨੈਕਸਟ ਸਾਡੇ ਕੋਲ ਹੁੰਦਾ ਬਮਨ ਰਾਓ ਕੇਸ। ਇਹਦੇ ਵਿੱਚ ਕੀ ਹੈ ਕਿ ਇਟ ਵੁੱਡ ਅਪਲਾਈ ਟੂ ਕਾਨਸਟੀਟਿਊਸ਼ਨਲ ਅਮੈਂਡਮੈਂਟ enacted after April 24, 1973, the date of the judgment in ਕੇਸਵ ਆਨੰਦ ਭਾਰਤੀ ਕੇਸ। ਇਹਦੇ ਵਿੱਚ ਫਿਰ ਸਾਡਾ ਜਿਹੜਾ ਬੇਸਿਕ ਸਟਰਕਚਰ ਹੈ ਉਹਦਾ ਕੰਸੈਪਟ ਆਉਂਦਾ ਕਿ ਤੁਸੀਂ ਇਸ ਤੋਂ ਪਹਿਲਾਂ ਦੀ ਜਾਂ ਬਾਅਦ ਦੀਆਂ ਜਿਹੜੀਆਂ ਗੱਲਾਂ ਨੇ ਉਹ ਨਹੀਂ ਅਪਲਾਈ ਕਰ ਸਕਦੇ। ਜੇਕਰ ਕੋਈ ਵੀ ਗੱਲ ਸਾਡੇ ਬੇਸਿਕ ਸਟਰਕਚਰ ਦੇ ਵਿਰੁੱਧ ਜਾਂਦੀ ਹੈ ਤਾਂ ਉਹ ਕੀ ਹੋਊਗੀ, ਆਪਣੇ ਆਪ ਹੀ ਡਿਲੀਟ ਹੋ ਜਾਊਗੀ। ਇਸੇ ਕਰਕੇ ਸਾਡੀ ਸੁਪਰੀਮ ਕੋਰਟ ਦੀ ਪਾਵਰ ਇੱਥੇ ਫਿਰ ਆਪਾਂ ਦੇਖਦੇ ਹਾਂ ਕਿ ਭਾਰੀ ਪੈਂਦੀ ਹੈ। ਫਿਰ ਆਪਾਂ ਬੇਸਿਕ ਸਟਰਕਚਰ ਦੇ ਕੁਛ ਤੱਥ ਨੇ ਜਿਹੜੇ ਐਲੀਮੈਂਟਸ ਨੇ ਉਹਦੀਆਂ ਗੱਲਾਂ ਕਰ ਲਈਏ।
ਬੇਸਿਕ ਸਟਰਕਚਰ ਦੇ ਵਿੱਚ ਕੀ ਹੈ ਕਿ ਸੁਪਰਮੇਸੀ ਆਫ ਦਾ ਕਾਂਸਟੀਟਿਊਸ਼ਨ, ਕਿ ਜਿਹੜਾ ਸਾਡਾ ਸੰਵਿਧਾਨ ਹੈ ਇਹ ਸਰਵਉੱਚ ਹੈ। ਸਾਡੇ ਸੰਵਿਧਾਨ ਤੋਂ ਉੱਪਰ ਕੋਈ ਵੀ ਵਿਅਕਤੀ ਨਹੀਂ, ਕੋਈ ਵੀ ਸੰਸਥਾ ਨਹੀਂ, ਕੋਈ ਵੀ ਸੰਗਠਨ ਨਹੀਂ ਹੈ। ਤਾਂ ਆਪਾਂ ਕੀ ਦੇਖ ਸਕਦੇ ਹਾਂ ਕਿ ਬੇਸਿਕ ਸਟਰਕਚਰ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਜਿਹੜੀ ਗੱਲ ਸਾਡੇ ਸੰਵਿਧਾਨ ਦੇ ਵਿੱਚ ਪਹਿਲਾਂ ਲਿਖੀ ਜਾ ਚੁੱਕੀ ਹੈ ਉਹਦੇ ਵਿੱਚ ਸੋਧ ਕੀਤੀ ਜਾ ਸਕਦੀ ਹੈ, ਪਰੰਤੂ ਜਿਹੜੀ ਗੱਲ ਉਹਨਾਂ ਨੇ ਪਹਿਲਾਂ ਕਹਿਤੀ ਉਹਨੂੰ ਡਿਲੀਟ ਨਹੀਂ ਕੀਤਾ ਜਾ ਸਕਦਾ। ਦੂਜੀ ਗੱਲ ਕੀ ਹੈ, ਸੋਵਰਨ ਡੈਮੋਕ੍ਰੇਟਿਕ ਐਂਡ ਰਿਪਬਲਿਕਨ ਨੇਚਰ ਆਫ ਦ ਇੰਡੀਅਨ ਪੋਲਿਟੀ, ਕਿ ਜਿਹੜੀ ਭਾਰਤ ਦਾ ਸ਼ਾਸਤਰ ਹੈ, ਰਾਜਨੀਤੀ ਸ਼ਾਸਤਰ ਹੈ, ਉਹਦੇ ਵਿੱਚ ਕੀ ਹੈ, ਲੋਕਤੰਤਰੀ ਹੈ, ਉਹ ਗਣਤੰਤਰੀ ਹੈ, ਅਤੇ ਇਹਦੇ ਵਿੱਚ ਪ੍ਰਭੂਸੱਤਾ ਹੈ। ਅਤੇ ਇਹ ਤਿੰਨੇ ਨੇਚਰ ਬੇਸਿਕ ਸਟਰਕਚਰ ਦੇ ਵਿੱਚ ਆਉਂਦੇ ਨੇ ਕਿ ਅਸੀਂ ਲੋਕਤੰਤਰ ਦੇ ਵਿਰੁੱਧ ਨਹੀਂ ਜਾ ਸਕਦੇ, ਅਸੀਂ ਗਣਤੰਤਰ ਦੇ ਵਿਰੁੱਧ ਨਹੀਂ ਜਾ ਸਕਦੇ, ਅਤੇ ਜਿਹੜੀ ਸਾਡੀ ਪ੍ਰਭੂਸੱਤਾ ਬੇਸ਼ੱਕ ਅੰਦਰੂਨੀ ਹੈ, ਬੇਸ਼ੱਕ ਬਾਹਰੀ ਹੈ, ਆਪਾਂ ਉਹਦੇ ਉਲਟ ਵੀ ਕੋਈ ਵਿਆਖਿਆ ਨਹੀਂ ਕਰ ਸਕਦੇ, ਉਹਦੇ ਉਲਟ ਕੋਈ ਗੱਲ ਨਹੀਂ ਕਰ ਸਕਦੇ। ਫਿਰ ਸਾਡਾ ਗਿਆ ਸੈਕੂਲਰ ਕਰੈਕਟਰ। ਸੈਕੂਲਰ ਕਰੈਕਟਰ ਦੇ ਵਿੱਚ ਕੀ ਹੈ ਕਿ ਤੁਸੀਂ ਕਿਸੇ ਇੱਕ ਧਰਮ ਨੂੰ ਪੂਰੀ ਜਨਤਾ ਦੇ ਉੱਤੇ ਥੋਪ ਨਹੀਂ ਸਕਦੇ, ਕਿਉਂਕਿ ਸਾਡੇ ਸੰਵਿਧਾਨ ਦੇ ਅਨੁਸਾਰ ਕਿਸੇ ਵੀ ਸਟੇਟ ਦਾ ਕੋਈ ਪਰਸਨਲ ਆਪਾਂ ਕਹਿ ਸਕਦੇ ਹਾਂ ਰਿਲੀਜਨ ਨਹੀਂ ਆ। ਸੋ ਇੱਥੇ ਆਪਾਂ ਇਹ ਗੱਲ ਕਰ ਲਈਏ ਕਿ ਸੈਕੂਲਰ ਕਰੈਕਟਰ ਹੈ। ਇਸ ਤੋਂ ਬਾਅਦ ਹੈ ਸੈਪਰੇਸ਼ਨ ਆਫ ਪਾਵਰਸ ਬਿਟਵੀਨ ਦਾ ਲੈਜਿਸਲੇਚਰ ਐਂਡ ਦਾ ਐਗਜ਼ੀਕਿਊਟਿਵ ਐਂਡ ਦਾ ਜੁਡੀਸ਼ਰੀ। ਦੂਜੀ ਗੱਲ ਇਹ ਹੈ ਕਿ ਜਿੰਨੀਆਂ ਸਾਡੀਆਂ ਪਾਵਰਾਂ ਨੇ ਉਹ ਸਾਡੀ ਕਾਰਜਪਾਲਿਕਾ, ਵਿਧਾਨਪਾਲਿਕਾ ਅਤੇ ਜੁਡੀਸ਼ਰੀ ਹੈ ਨਾ। ਤਾਂ ਕਾਰਜਪਾਲਿਕਾ ਵਿਧਾਨਪਾਲਿਕਾ ਦੇ ਪ੍ਰਤੀ ਉੱਤਰਦਾਈ ਆਪਾਂ ਕਹਿੰਦੇ ਹਾਂ। ਤਾਂ ਉਸ ਤਰ੍ਹਾਂ ਜਿਹੜਾ ਜੁਡੀਸ਼ਰੀ ਆ ਉਹਦਾ ਇੱਕ ਆਪਣਾ ਪੱਖ ਹੈ ਕਿ ਉਹ ਸੁਪਰੀਮ ਹੈ। ਜਿਹੜੀ ਗੱਲ ਉਹਨਾਂ ਨੇ ਕਹਿਤੀ ਕਿਉਂਕਿ ਇੱਕ ਜੁਡੀਸ਼ਰੀ 'ਤੇ ਸਾਡੇ ਇੱਥੇ ਕੋਈ ਪ੍ਰੈਸ਼ਰ ਹੋਊਗਾ ਤਾਂ ਉਹ ਬਣਦਾ ਇਨਸਾਫ ਨਹੀਂ ਕਰ ਸਕੂਗੀ। ਇਸ ਤੋਂ ਬਾਅਦ ਸਾਡਾ ਫੈਡਰਲ ਕਰੈਕਟਰ ਆ ਜਾਂਦਾ ਕਿ ਉਹਦੇ ਵਿੱਚ ਫੈਡਰਲ ਕਰੈਕਟਰ ਦੇ ਵਿੱਚ ਆਪਾਂ ਦੇਖਿਆ ਕਿ ਜਿਹੜੇ ਸਟੇਟ ਨੂੰ ਕੁਛ ਵਿਸ਼ੇ ਮਿਲੇ ਨੇ ਕਾਨੂੰਨ ਬਣਾਉਣ ਦੀਆਂ, ਉਹਨੂੰ ਪਾਵਰਸ ਮਿਲੀਆਂ ਹੋਈਆਂ ਨੇ। ਉਸ ਤਰ੍ਹਾਂ ਯੂਨੀਅਨ ਲਿਸਟ ਹੈ, ਉਸ ਤਰ੍ਹਾਂ ਕਨਕਰੰਟ ਲਿਸਟ ਹੈ। ਤਾਂ ਇਹ ਸਟਰਕਚਰ ਵੀ ਕੀ ਹੈ, ਸਾਡਾ ਫੈਡਰਲ ਕਰੈਕਟਰ ਸਾਡੇ ਬੇਸਿਕ ਸਟਰਕਚਰ ਦੀ ਆਪਾਂ ਕਹਿ ਸਕਦੇ ਇੱਕ ਵਿਸ਼ੇਸ਼ਤਾ ਹੈ। ਯੂਨਿਟੀ ਐਂਡ ਇੰਟੀਗ੍ਰਿਟੀ ਆਫ ਦਾ ਨੇਸ਼ਨ, ਕਿ ਪੂਰੇ ਭਾਰਤ ਨੂੰ ਇਕਮੁੱਠ ਕਰਕੇ ਰੱਖਣਾ, ਭਰਾਤਰੀ ਭਾਵ ਨੂੰ ਆਪਾਂ ਵਧਾਉਣਾ ਵੱਧ ਤੋਂ ਵੱਧ, ਇਹ ਵੀ ਸਾਡਾ ਬੇਸਿਕ ਸਟਰਕਚਰ ਅਧੀਨ ਆਉਂਦਾ ਹੈ। ਵੈਲਫੇਅਰ ਸਟੇਟ। ਵੈਲਫੇਅਰ ਸਟੇਟ ਆਪਾਂ ਜਦੋਂ DPSP ਦੀ ਗੱਲ ਕੀਤੀ, ਡਾਇਰੈਕਟਿਵ ਸਟੇਟ ਪ੍ਰਿੰਸੀਪਲ, ਆਪਾਂ ਜਿਹੜੇ ਡਾਇਰੈਕਟਿਵ ਪ੍ਰਿੰਸੀਪਲ ਸੀ ਸਟੇਟ ਪਾਲਿਸੀ ਦੇ, ਉਹ ਦੇਖੇ ਕਿ ਜਿਹੜੇ ਸੋਸ਼ੀਓ ਇਕੋਨੋਮਿਕ ਐਂਡ ਜਸਟਿਸ, ਇਹ ਆਪਾਂ ਇਹਨਾਂ ਨੂੰ ਆਪਾਂ ਵਾਇਲੇਟ ਨਹੀਂ ਕਰ ਸਕਦੇ, ਕਿਉਂਕਿ ਹਰ ਇੱਕ ਵਿਅਕਤੀ ਨੂੰ ਸਾਡੇ ਆਪਾਂ ਮੌਲਿਕ ਅਧਿਕਾਰ ਦੀ ਜਦੋਂ ਗੱਲ ਕਰਦੇ ਹਾਂ ਕਿ ਆਰਟੀਕਲ 14 ਅਧੀਨ ਹਰ ਇੱਕ ਵਿਅਕਤੀ ਕੀ ਹੈ, ਕਾਨੂੰਨ ਦੇ ਸਾਹਮਣੇ ਸਮਾਨ ਹੈ। 14 ਤੋਂ ਲੈ ਕੇ 32 ਤੱਕ ਸਾਡੇ ਜਿਹੜੇ ਆਰਟੀਕਲ ਨੇ ਉਹ ਪਿਛਲੀਆਂ ਵੀਡੀਓ ਦੇ ਵਿੱਚ ਦੇਖੇ। ਜੇਕਰ ਤੁਸੀਂ ਪਿਛਲੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਤੁਸੀਂ ਉਹਨਾਂ ਵੀਡੀਓਜ਼ ਨੂੰ ਦੇਖ ਕੇ ਜਿਹੜੀ ਆਪਣੀ ਗੱਲ ਹੈ ਉਹਨੂੰ ਕਲੈਰੀਫਾਈ ਕਰ ਸਕਦੇ ਹੋ, ਅਤੇ ਉਹ ਜਿਹੜੀਆਂ ਸਾਰੀਆਂ ਵੀਡੀਓਜ਼ ਨੇ ਉਹ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ। ਇਸ ਤੋਂ ਬਾਅਦ ਜੁਡੀਸ਼ੀਅਲ ਰਿਵਿਊ, ਜਿਹਦੀ ਆਪਾਂ ਗੱਲ ਕੀਤੀ ਕਿ ਜੇਕਰ ਕੋਈ ਇਸ ਤਰ੍ਹਾਂ ਦਾ ਕਾਨੂੰਨ ਜਿਹੜਾ ਸਾਡੇ ਸੰਵਿਧਾਨ ਦੀ ਮਰਿਆਦਾ ਦੇ ਉਲਟ ਬਣਦਾ ਹੈ ਤਾਂ ਉਹਨੂੰ ਜਿਹੜੀ ਸਾਡੀ ਸੁਪਰੀਮ ਕੋਰਟ ਆ ਉਹ ਰੱਦ ਕਰ ਸਕਦੀ ਹੈ। ਨੈਕਸਟ ਸਾਡੇ ਕੋਲ ਆਉਂਦਾ ਫਰੀਡਮ ਐਂਡ ਡਿਗਨਿਟੀ ਆਫ ਦਾ ਇੰਡੀਵਿਜੂਅਲ। ਹਰ ਇੱਕ ਵਿਅਕਤੀ ਦੀ ਇੱਕ ਆਪਣੀ ਸੁਤੰਤਰਤਾ, ਉਹਦਾ ਆਪਣੀ ਇੱਕ ਡਿਗਨਿਟੀ ਹੈ, ਆਪਾਂ ਕਹਿ ਸਕਦੇ ਉਹਦਾ ਇੱਕ ਆਦਰ ਸਨਮਾਨ ਹੈ, ਇਹਨੂੰ ਆਪਾਂ ਬਣਾ ਕੇ ਰੱਖਣਾ। ਪਾਰਲੀਮੈਂਟਰੀ ਸਿਸਟਮ, ਸੰਸਦੀ ਸਰਕਾਰ ਪ੍ਰਣਾਲੀ ਜਿਹੜੀ ਆਪਾਂ ਦੇਖੀ। ਰੂਲ ਆਫ ਲਾ, ਕਾਨੂੰਨ ਦਾ ਸ਼ਾਸਨ ਹੈ ਕਿ ਹਰ ਵਿਅਕਤੀ ਬੇਸ਼ੱਕ ਉਹ ਕਿਸੇ ਵੀ ਜਾਤ ਨਾਲ, ਰੰਗ ਨਾਲ, ਨਸਲ ਨਾਲ, ਭਾਸ਼ਾ ਨਾਲ ਜੁੜਿਆ ਹੋਇਆ, ਉਹਦੇ ਉੱਪਰ ਕੀ ਹੈ, ਕਾਨੂੰਨ ਦਾ ਸ਼ਾਸਨ ਹੋਊਗਾ। ਕੋਈ ਜੰਗਲ ਦਾ ਸ਼ਾਸਨ ਨਹੀਂ ਹੋਊਗਾ ਕਿ ਜੇਕਰ ਕੋਈ ਤਕੜਾ ਵਿਅਕਤੀ ਉਹ ਮਾੜੇ ਵਿਅਕਤੀ ਨੂੰ ਮਾਰ ਕੇ ਖਾ ਲਊਗਾ। ਕਿ ਆਪਾਂ ਕਹਿ ਸਕਦੇ ਹਾਂ ਕਿ ਸ਼ੇਰ ਵਾਲਾ ਕਾਨੂੰਨ ਨਹੀਂ ਇੱਥੇ ਚੱਲੂਗਾ, ਕਿ ਤਾਨਾਸ਼ਾਹੀ ਨਹੀਂ ਹੋਊਗੀ। ਅਤੇ ਰੂਲ ਆਫ ਲਾ ਹੈ, ਅਤੇ ਬੇਸਿਕ ਸਟਰਕਚਰ ਦੇ ਵਿੱਚ ਜਿਹੜੀਆਂ ਆਪਾਂ ਆ ਰਹੀਆਂ ਗੱਲਾਂ ਨੇ ਆਪਾਂ ਉਹਨਾਂ ਦੀ ਚਰਚਾ ਕਰ ਰਹੇ ਹਾਂ। ਪ੍ਰਿੰਸੀਪਲ ਆਫ ਇਕੁਅਲਿਟੀ ਆਪਾਂ ਗੱਲ ਕਰ ਚੁੱਕੇ ਹਾਂ ਆਰਟੀਕਲ 14 ਦੀ। ਫਰੀ ਐਂਡ ਫੇਅਰ ਇਲੈਕਸ਼ਨਸ, ਕਿ ਜਿਹੜੀਆਂ ਸਾਡੀਆਂ ਚੋਣਾਂ ਹੋਣਗੀਆਂ ਉਹ ਬਿਲਕੁਲ ਆਪਾਂ ਕਹਿ ਸਕਦੇ ਹਾਂ ਫੇਅਰ ਹੋਣਗੀਆਂ, ਕਿਸੇ ਤਰ੍ਹਾਂ ਦੀ ਉਹਦੇ ਵਿੱਚ ਕੋਈ ਧੋਖਾਧੜੀ ਨਹੀਂ ਹੋਵੇਗੀ। ਇੰਡੀਪੈਂਡੈਂਸ ਆਫ ਜੁਡੀਸ਼ਰੀ, ਕਿ ਜਿਹੜੀ ਸਾਡੀ ਨਿਆਂਪਾਲਿਕਾ ਉਸਦਾ ਸੁਤੰਤਰ ਹੋਣਾ ਬਹੁਤ ਹੀ ਜ਼ਿਆਦਾ ਲਾਜ਼ਮੀ ਹੈ, ਕਿਉਂਕਿ ਜੇਕਰ ਨਿਆਂਪਾਲਿਕਾ ਕਿਸੇ ਪੱਖ ਦੇ ਵਿੱਚ ਭੁਗਤੂਗੀ ਤਾਂ ਜਿਹੜੀ ਆਮ ਜਨਤਾ ਉਹ ਕਿੱਧਰ ਜਾਊਗੀ। ਤਾਂ ਨਿਆਂਪਾਲਿਕਾ ਉੱਤੇ ਕਿਸ ਤਰ੍ਹਾਂ ਦਾ ਕੋਈ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ। ਇਸੇ ਕਰਕੇ ਆਪਾਂ ਦੇਖਦੇ ਹਾਂ ਕਿ ਜਿਹੜਾ ਸਾਡਾ ਸੁਪਰੀਮ ਕੋਰਟ ਦਾ ਜੱਜ ਆ, ਜਦੋਂ ਉਹਦੀ ਉਮਰ 65 ਸਾਲ ਹੋ ਜਾਂਦੀ ਹੈ, ਜਿਹੜਾ ਸਾਡਾ ਹਾਈ ਕੋਰਟ ਦਾ ਜੱਜ ਆ ਜਦੋਂ ਉਹਦੀ ਉਮਰ 62 ਸਾਲ ਹੋ ਜਾਂਦੀ ਹੈ, ਤੋਂ ਬਾਅਦ ਉਹਨੂੰ ਰਿਟਾਇਰਮੈਂਟ ਮਿਲਦੀ ਹੈ, ਤਾਂ ਇਸ ਤੋਂ ਬਾਅਦ ਉਹ ਕਿਸੇ ਵੀ ਇਸ ਤਰ੍ਹਾਂ ਦੀ ਪਦਵੀ ਨੂੰ ਗ੍ਰਹਿਣ ਨਹੀਂ ਕਰ ਸਕਦਾ ਕਿ ਜਿੱਥੋਂ ਉਹਨੂੰ ਇਨਕਮ ਆਉਂਦੀ ਹੋਵੇ। ਉਹ ਇਸੇ ਕਰਕੇ ਹੀ ਹੈ ਕਿਉਂਕਿ ਜੇਕਰ ਇਸ ਤਰ੍ਹਾਂ ਹੋਊਗਾ ਕਿ ਉਹ ਬਾਅਦ ਦੇ ਵਿੱਚ ਕੋਈ ਪਦਵੀ ਜੁਆਇਨ ਕਰਦਾ ਹੋਵੇ ਤਾਂ ਫਿਰ ਉਹਦੇ ਜਿਹੜੇ ਫੈਸਲੇ ਹੋਣਗੇ ਉਹ ਸਰਕਾਰ ਦੇ ਪ੍ਰਤੀ ਜ਼ਿਆਦਾ ਹੋਣਗੇ, ਕਿਉਂਕਿ ਉਹਦੇ ਮਨ ਦੇ ਵਿੱਚ ਲਾਲਚ ਬਣਿਆ ਰਹੂਗਾ ਕਿ ਬਾਅਦ ਦੇ ਵਿੱਚ ਵੀ ਮੈਂ ਸਰਕਾਰ ਤੋਂ ਕੋਈ ਨਾ ਕੋਈ ਕੰਮ ਲੈਣਾ। ਇਸੇ ਕਰਕੇ ਜਿਹੜੀ ਸਾਡੀ ਨਿਆਂਪਾਲਿਕਾ ਉਹ ਸੁਤੰਤਰ ਹੈ, ਉਹਦੇ ਉੱਤੇ ਕਿਸ ਤਰ੍ਹਾਂ ਦਾ ਕੋਈ ਪ੍ਰੈਸ਼ਰ ਨਹੀਂ ਹੈ। ਪਾਵਰਸ ਆਫ ਸੁਪਰੀਮ ਕੋਰਟ ਅੰਡਰ ਆਰਟੀਕਲ 32, 136, 141 ਅਤੇ 142। ਆਰਟੀਕਲ 32 ਸੰਵਿਧਾਨਕ ਉਪਚਾਰਾਂ ਦਾ ਸਿਧਾਂਤ ਆਪਾਂ ਦੇਖਿਆ। ਉਹਦੇ ਵਿੱਚ ਆਪਾਂ ਨੇ ਦੇਖੀਆਂ ਕਿ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਰੇਟਸ ਨੇ, ਜੇਕਰ ਸਾਡਾ ਕੋਈ ਮੌਲਿਕ ਅਧਿਕਾਰ ਹੈ ਉਹ ਵਾਇਲੇਟ ਹੁੰਦਾ ਤਾਂ ਅਸੀਂ ਉਹ ਜਿਹੜੀਆਂ ਰੇਟਸ ਨੇ, ਜਿਵੇਂ ਹੈਬੀਅਸ ਕਾਰਪਸ ਸੀ, ਮੈਂਡਾਮਸ ਸੀ, ਸਰਟੀਰਰੀ ਸੀ, ਉਹ ਆਪਾਂ ਸਾਰੀਆਂ ਦੇਖੀਆਂ ਨੇ। ਪਾਵਰ ਆਫ ਹਾਈ ਕੋਰਟ ਅੰਡਰ ਆਰਟੀਕਲ 226 ਐਂਡ 227।
226 ਦੇ ਅਧੀਨ ਵੀ ਆਪਾਂ ਉਹੀ ਜਿਹੜੇ ਸਾਡੇ ਮੌਲਿਕ ਅਧਿਕਾਰ ਨੇ ਉਹਨਾਂ ਦੇ ਵਿਰੁੱਧ ਜੇਕਰ ਕੋਈ ਆਪਾਂ ਕਹਿ ਸਕਦੇ ਹਾਂ ਸ਼ੋਸ਼ਣ ਹੁੰਦਾ ਹੈ, ਤਾਂ ਅਸੀਂ ਹਾਈ ਕੋਰਟ ਦੇ ਵਿੱਚ ਜਿਹੜਾ ਉਹ ਪਟੀਸ਼ਨ ਆ ਉਹ ਦਾਇਰ ਕਰ ਸਕਦੇ ਹਾਂ। ਸੋ ਦੋਸਤੋ, ਇਹ ਸੀ ਆਪਣੀ ਅੱਜ ਦੀ ਵੀਡੀਓ। ਮੈਂ ਉਮੀਦ ਕਰਦਾ ਕਿ ਤੁਹਾਨੂੰ ਜਿਹੜੇ ਵੱਖ-ਵੱਖ ਕੇਸ ਆਪਾਂ ਡਿਸਕਸ ਕੀਤੇ ਸਮਝ ਆਏ ਹੋਣਗੇ, ਅਤੇ ਜਿਹੜਾ ਸਾਡੇ ਸੰਵਿਧਾਨ ਦਾ ਬੇਸਿਕ ਸਟਰਕਚਰ ਹੈ ਇਹ ਤੁਹਾਡੇ ਦਿਮਾਗ ਦੇ ਵਿੱਚ ਗੱਲ ਬਿਲਕੁਲ ਬੈਠ ਗਈ ਹੋਵੇਗੀ, ਅਤੇ ਇਸ ਤੋਂ ਬਾਅਦ ਕਦੇ ਵੀ ਇਹ ਭੰਬਲ-ਭੂਸਾ ਨਹੀਂ ਰਹੂਗਾ ਕਿ ਕਿਹੜੇ ਕੇਸ ਦੇ ਵਿੱਚ ਕਿਹੜੀ ਗੱਲ ਸੁਪਰੀਮ ਕੋਰਟ ਨੇ ਕੀਤੀ ਸੀ। ਸੋ ਦੋਸਤੋ, ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਹੈ, ਸ਼ੇਅਰ ਕਰਨਾ ਹੈ, ਅਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਜੋ ਸਾਨੂੰ ਹੁੰਗਾਰਾ ਮਿਲਦਾ ਰਹੇ ਅਤੇ ਅਸੀਂ ਵਧੀਆ ਤੋਂ ਵਧੀਆ ਵੀਡੀਓ ਬਣਾਉਂਦੇ ਰਹੀਏ। ਬਹੁਤ ਬਹੁਤ ਧੰਨਵਾਦ।